ਬਖਸ਼ਿਸ਼ ਹੋਇਆ ਹੈ। ਜੈ ਸ੍ਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਪਾਵਨ ਹੁਕਮ ਜੋ ਸਾਨੂੰ ਬਖਸ਼ਿਸ਼ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 701 ਤੇ ਸੁਸ਼ੋਭਿਤ ਹੈ। ਗੁਰੂ ਸਾਹਿਬ ਜੀ ਨੇ ਬਚਨ ਬਖਸ਼ਿਸ਼ ਕੀਤੇ ਨੇ, ਕੋਈ ਜਨ ਹਰ ਸੋਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜਹਿ ਪ੍ਰਾਨ ਆਕੋਰ। ਰਹਾਉ, ਇਹ ਰਹਾਉ ਦਾ ਬੰਦ ਅਰੰਭਤਾ ਦੇ ਵਿੱਚ ਗੁਰੂ ਸਾਹਿਬ ਜੀ ਨੇ ਅੰਕਿਤ ਕੀਤਾ ਹੋਇਆ ਕਿ ਕੋਈ ਹੋਵੇ ਉਸ ਪਰਮਾਤਮਾ ਨਾਲ ਜੁੜਿਆ ਹੋਇਆ ਜਨ, ਉਸ ਰੱਬ ਦਾ ਸੇਵਕ ਜੋ ਮੈਨੂੰ ਵਿਛੜਿਆਂ ਨੂੰ ਵੀ ਮਿਲਾ ਦੇਵੇ। ਤੇ ਜੇ ਕੋਈ ਇਹੋ ਜਿਹੀ ਕਿਰਪਾ, ਕੋਈ ਇਹੋ ਜਿਹੀ ਬਖਸ਼ਿਸ਼ ਕਰ ਦਵੇ, ਪਰਉਪਕਾਰ ਕਰ ਦਵੇ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਮੈਂ ਉਸਦੇ ਚਰਨ ਫੜ ਲਵਾਂ। ਮੈਂ ਉਹਦੀ ਵਡਿਆਈ ਦੇ ਬੋਲ ਇਸ ਰਸਨਾ ਦੇ ਨਾਲ ਬੋਲਾਂਗਾ। ਦੀਜੇ ਪ੍ਰਾਨ ਕੋਰ, ਇੱਥੋਂ ਤੱਕ ਮੈਂ ਆਪਣੇ ਪ੍ਰਾਣਾਂ ਦੀ ਭੇਟਾ ਵੀ, ਭਾਓ ਮੇਰੇ ਪ੍ਰਾਣਾਂ ਦੀ ਭੇਟਾ ਵੀ ਉਸਦੇ ਚਰਨਾਂ 'ਚ ਰੱਖ ਦਿੱਤੀ ਜਾਵੇ। ਤੇ ਇਹ ਬੜੇ ਸੁਭਾਗਾਂ ਵਾਲੀ ਗੱਲ ਮੇਰੇ ਵਾਸਤੇ ਹੋਏਗੀ। ਇੰਨੀ ਕੁ ਰੀਝ ਤੇ ਇੰਨੀ ਕੁ ਮਨ ਦੀ ਭਾਵਨਾ ਦੇ ਨਾਲ ਇੱਕ ਸੇਵਕ ਦੀ ਅਰਦਾਸ ਹੈ ਉਸ ਪਰਮਾਤਮਾ ਦੇ ਚਰਨਾਂ 'ਚ, ਮਾਲਕ ਜੀ ਕੋਈ ਮਿਲ ਜਾਵੇ ਆਪ ਜੀ ਨਾਲ ਮਿਲਿਆ ਹੋਇਆ। ਇਹਦੇ 'ਚ ਦੇਖੋ ਬਹੁਤ ਮਹੱਤਵਪੂਰਨ ਗੱਲ ਹੈ ਕਿ ਆਪਣਾ ਆਪ ਅਹਿਸਾਸ ਜਿਸ ਕਿੱਥੇ ਖਲੋਤੇ ਆ, ਆਪਣੇ ਆਪ ਦਾ ਅਹਿਸਾਸ ਅਸੀਂ ਕਿੱਥੇ ਖਲੋਤੇ ਹਾਂ। ਭਾਉ ਕਹਿਣ ਦਾ ਵਿਛੜੇ ਹਾਂ ਉਸ ਰੱਬ ਤੋਂ, ਅਸੀਂ ਮਿਲਣਾ ਉਸ ਰੱਬ ਦੇ ਨਾਲ। ਇਸ ਗੱਲ ਦਾ ਅਹਿਸਾਸ, ਇਸ ਗੱਲ ਦੀ ਜਾਣਕਾਰੀ ਆਪਣੇ ਆਪ ਨੂੰ ਹੈ, ਕਿੱਡੇ ਵੱਡੇ ਭਾਗਾਂ ਦੀ ਗੱਲ ਹੈ। ਬੇਸ਼ੱਕ ਅਸੀਂ ਵਿਛੜੇ ਹਾਂ, ਬੇਸ਼ੱਕ ਅਸੀਂ ਮਿਲਣਾ ਹੈ, ਮੰਜ਼ਿਲ ਪ੍ਰਾਪਤ ਨਹੀਂ ਹੋਈ ਹੈ, ਪਰ ਅਤਿਹਦ ਕਈ ਤਾਂ ਇਹੋ ਜਿਹੇ ਨੇ ਨਾ ਜਿਨ੍ਹਾਂ ਨੂੰ ਅਹਿਸਾਸ ਹੀ ਨਹੀਂ ਜੀ ਵਿਛੜੇ ਹੋਏ ਆ। ਕਈਆਂ ਨੂੰ ਤੇ ਸੋਝੀ ਨਹੀਂ, ਸਮਝ ਹੀ ਨਹੀਂ ਹੈ ਸਾਡੀ ਮੰਜ਼ਿਲ ਕੀ ਹੈ, ਕਿੱਥੇ ਪਹੁੰਚਣਾ ਹੈ। ਤੇ ਇਸ ਵਾਸਤੇ ਵੀ ਰੱਬ ਦੀ ਵੱਡੀ ਬਖਸ਼ਿਸ਼ ਹੈ ਕਿ ਉਸ ਰੱਬ ਨੇ ਇੰਨੀ ਕੁ ਸੋਝੀ ਦੇ ਦਿੱਤੀ ਹੈ, ਸਮਝ ਦੇ ਦਿੱਤੀ ਹੈ, ਅਹਿਸਾਸ ਕਰਾ ਦਿੱਤਾ ਹੈ ਭਾਈ ਵਿਛੜੇ ਹੋਏ ਆ ਤੇ ਮਿਲਣਾ ਹੈ, ਪਹੁੰਚਣਾ ਹੈ ਕਿਤੇ। ਕਿਉਂਕਿ ਜਿੱਥੇ ਇਸ ਗੱਲ ਦੀ ਸਮਝ ਹੈ ਫਿਰ ਰਾਹ ਵੀ ਮਿਲਦਾ ਹੈ ਨਾ, ਜਿੱਥੇ ਚਾਹ ਉੱਥੇ ਰਾਹ। ਤੇ ਜਦੋਂ ਇੱਕ ਵਿਛੜੇ ਹੋਇਆਂ ਨੂੰ ਮਨ ਵਿੱਚ ਅਹਿਸਾਸ ਹੋਇਆ, ਏਡੀ ਵੱਡੀ ਗੱਲ ਉਹ ਕਹਿ ਰਿਹਾ ਸੇਵਕ ਕਿ ਮੈਂ ਉਸ ਦੇ ਚਰਨ ਫੜ ਲਵਾਂ, ਇਸ ਪੁਕਾਰ ਵਜੋਂ ਆਪਣੀ ਵਡਿਆਈ ਦੇ ਬੋਲ ਬੋਲਾਂ, ਮੈਂ ਪ੍ਰਾਣਾਂ ਦੀ ਭੇਟਾਂ ਵੀ ਉਸ ਦੇ ਚਰਨਾਂ 'ਚ ਰੱਖਦੇ ਹਾਂ, ਪਰ ਕੋਈ ਮਿਲਾ ਦੇਵੇ। ਇਹਦਾ ਮਤਲਬ ਇਹ ਵਿਛੋੜਾ ਬੜਾ ਦੁਖਦਾਈ ਤੇ ਬੜਾ ਦੁੱਖਾਂ ਵਾਲਾ ਹੋਏਗਾ। ਇਹਦਾ ਮਤਲਬ ਇਹ ਕਿ ਉਹ ਮਿਲਾਪ ਅਤ ਸੁਹਾਵਣਾ ਤੇ ਅਤ ਸੁਹੇਲੇ ਜੀਵਨ ਵਾਲਾ ਹੋਏਗਾ, ਆਨੰਦ ਵਾਲਾ ਹੋਏਗਾ। ਕੁਝ ਤੇ ਖਾਸ ਹੈ ਨਾ। ਬਾਣੀ ਦੀ ਰੋਸ਼ਨੀ ਵਿੱਚ ਜਦੋਂ ਇਸ ਗੱਲ ਨੂੰ ਵਿਚਾਰਦੇ ਹਾਂ, ਆਪ ਜੀ ਨੂੰ ਅਹਿਸਾਸ ਹੋਵੇਗਾ। ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਲੋਕ ਜਿਹਦੇ 'ਚ ਪਤਾ ਲੱਗਦਾ ਹੈ ਕਿ ਵਿਛੜਿਆਂ ਹੋਇਆਂ ਦਾ ਹਾਲ ਕੀ ਹੈ, ਕਿਉਂ ਇੰਨੀ ਬਿਲਕਣਾ ਮਿਲਣ ਵਾਸਤੇ, ਕਿਉਂ ਇੰਨੀ ਤੜਪ ਹੈ ਮਿਲਣ ਵਾਸਤੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੁਰੇ ਜਾ ਰਹੇ ਸਨ, ਇੱਕ ਬਹੁਤ ਸੋਹਣਾ ਸਰੋਵਰ ਉਹਨਾਂ ਨੂੰ ਮਿਲਿਆ ਤੇ ਇੰਨਾ ਸੁਹਾਵਣਾ ਮਨੋਰਮ ਸਮਾਂ ਉੱਥੇ ਬੰਨਿਆ ਹੋਇਆ ਕਿ ਭਾਈ ਮਰਦਾਨਾ ਕਹਿੰਦਾ ਬਾਬਾ ਕੁਝ ਸਮਾਂ ਇੱਥੇ ਜ਼ਰੂਰ ਰੁਕਣ ਦਾ ਮਨ ਹੈ, 2 ਘੜੀ ਇੱਥੇ ਬਹਿ ਕੇ ਆਰਾਮ ਕਰਨੇ ਆ, ਉਸ ਕੁਦਰਤ ਨੂੰ ਨਿਹਾਰਦੇ ਆ, ਫਿਰ ਅਗਾਂਹ ਤੁਰਦੇ ਆ। ਗੁਰੂ ਸਾਹਿਬ ਜੀ ਨੇ ਗੱਲ ਮੰਨੀ। ਜਦੋਂ ਅਗਾਂਹ ਫਿਰ ਗਏ, ਕੁਝ ਸਮਾਂ ਤੋਂ ਬਾਅਦ ਪਰਤ ਕੇ ਜਦੋਂ ਵਾਪਸ ਆ ਰਹੇ ਨੇ, ਉਸੀ ਰਾਹ ਤੋਂ ਆਣਾ ਹੋਇਆ। ਮਰਦਾਨਾ ਨੇ ਫਿਰ ਇੱਛਾ ਜ਼ਾਹਰ ਕੀਤੀ, ਬਾਬਾ ਰਾਹ ਤੇ ਉਹੀ ਹੈ ਜਿਸ ਰਾਹ ਤੇ ਅਸੀਂ ਗਏ ਸਾਂ, ਕਿਉਂ ਨਾ ਉਸ ਸਰੋਵਰ ਦੇ ਕੋਲ ਇੱਕ ਵਾਰੀ ਫਿਰ ਹੋ ਕੇ ਆਈਏ। ਬਹੁਤ ਸੋਹਣਾ ਮੌਸਮ ਸੀ ਉੱਥੇ, ਕਾਦਰ ਦੇ ਕੁਦਰਤ ਵਿੱਚੋਂ ਦਰਸ਼ਨ ਹੁੰਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਵੀ ਗੱਲ ਨੂੰ ਮੰਨਿਆ। ਜਦੋਂ ਵਾਪਸ ਪਰਤਦੇ ਆ ਉਸ ਸਰੋਵਰ ਤੇ ਆਏ, ਬੜਾ ਬਦਲਿਆ ਹੋਇਆ ਉੱਥੇ ਨਜ਼ਾਰਾ ਸੀ, ਪਹਿਲੇ ਜਿਹਾ ਕੁਝ ਵੀ ਨਹੀਂ। ਉਹ ਸਰੋਵਰ ਜਿਹਦੇ 'ਚ ਫੁੱਲ ਖਿੜੇ ਹੋਏ,
ਜਿਹਦੇ ਚ ਇੱਕ ਮਹਿਕ ਫੁੱਲਾਂ ਦੀ ਆ ਰਹੀ ਹੈ, ਪੰਛੀ ਚਹਿਚਹਾ ਰਹੇ ਸਨ, ਚਾਰੇ ਪਾਸੇ ਬੜਾ ਸੋਹਣਾ ਵਾਤਾਵਰਣ ਸੀ। ਹੁਣ ਉਹੀ ਵਾਤਾਵਰਣ ਖੁਸ਼ਬੂ ਨਾਲ ਨਹੀਂ ਬਲਕਿ ਬਦਬੂ ਨਾਲ ਭਰਿਆ ਪਿਆ। ਨਾ ਕਮਲ ਖਿੜੇ ਹੋਏ ਨੇ, ਨਾ ਕੋਈ ਪੰਛੀ ਨਜ਼ਰ ਆ ਰਿਹਾ। ਏਡਾ ਬੁਰਾ ਹਾਲ। ਮਰਦਾਨਾ ਬੜਾ ਉਦਾਸ ਹੋਇਆ ਸੀ। ਪੁੱਛਿਆ ਸੀ, ਬਾਬਾ ਇਹ ਕੀ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਸਰੋਵਰ ਦੀ ਗੱਲ ਮਾਨੋ ਜਿਵੇਂ ਸਰੋਵਰ ਹੀ ਆਪਣੀ ਰਸਨਾ ਤੋਂ ਦੱਸਦਾ ਹੋਵੇ, ਉਸ ਖਿਆਲ ਦੇ ਨਾਲ ਦੱਸਣਾ ਕੀਤਾ ਮਰਦਾਨਾ ਨੂੰ। ਬੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਕਹਿ ਦੋਖੜੇ ਸੜਿਓ ਹੈ, ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਇਹ ਸਰੋਵਰ ਬੜਾ ਹਰਿਆ ਭਰਿਆ ਹੁੰਦਾ ਸੀ। ਤੂੰ ਹਰਿਆਵਲਾ, ਕਵਲਾ ਕੰਚਨ ਵਨ, ਵਨ ਸੁਵੰਨੇ ਕਵਲ ਤੇਰੇ ਚ ਖਿੜੇ ਹੁੰਦੇ ਸਨ। ਕਹਿ ਦੋਖੜਾ ਸੜਿਓ ਹੈ, ਕਿਹੜੇ ਦੋ ਕਰਕੇ ਸੜ ਗਏ। ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਇਹ ਜਿਹੜਾ ਤਨ ਹੈ ਭੰਗ ਹੋ ਗਿਆ, ਕਾਲਾ ਪੈ ਗਿਆ, ਕੁਮਲਾ ਗਿਆ ਤੇਰਾ ਇਹ ਤਨ। ਉਸ ਸਰੋਵਰ ਨੇ ਜੋ ਜਵਾਬ ਦਿੱਤਾ, ਜਾਣਾ ਪਾਣੀ ਨਾ ਲਾਹਾ। ਐ ਰਾਹਗੀਰ ਇਸ ਗੱਲ ਨੂੰ ਜਾਣ ਲੈ, ਸੁਣ ਲੈ, ਜਾਣਾ ਪਾਣੀ ਨਾ ਲਾਹਾ। ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੁੜੈ, ਚੜੈ ਚਵਗਨ ਵਨ। ਜਿੱਥੋਂ ਮੈਂ ਪਾਣੀ ਲੈਂਦਾ ਸਾਂ ਉਸ ਦਰਿਆ ਦੇ ਵਿੱਚ, ਤੇ ਮੇਰੇ ਵਿੱਚ ਕਿਸੇ ਨੇ ਡੱਕਾ ਮਾਰ ਦਿੱਤਾ। ਜੋ ਮੇਰਾ ਸੰਬੰਧ ਸੀ ਉਸ ਦਰਿਆ ਦੇ ਨਾਲ, ਜਿਹਦੇ ਕਰਕੇ ਮੈਂ ਹਰਿਆ ਭਰਿਆ ਸਾਂ, ਪਾਣੀ ਲੈ ਕੇ ਹਰਿਆਵਲ ਮੇਰੇ ਤੇ ਸੀ, ਉਹਦੇ ਵਿੱਚ ਕਿਸੇ ਨੇ ਬੰਨ ਮਾਰ ਦਿੱਤਾ। ਜੈਸੇ ਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੜੈ, ਚੜ੍ਹੈ ਚਵਗਨ ਵਨ। ਉਹਦੇ ਨਾਲ ਹੀ ਤੇ ਮੇਰੇ ਚ ਤਨ ਦੇ ਉੱਤੇ ਵਨ ਸੁਵੰਨਾ ਰੰਗ ਸੀ। ਬਸ ਇਹਦੇ ਕਰਕੇ ਹੀ ਮੈਂ ਸੜ ਗਿਆ, ਇਸੇ ਕਰਕੇ ਮੈਂ ਕਾਲਾ ਪੈ ਗਿਆ, ਕੁਮਲਾ ਗਿਆ। ਅੱਜ ਮੇਰੇ ਨਾਲ ਕੋਈ ਖੜਨ ਨੂੰ ਤਿਆਰ ਨਹੀਂ, ਮੇਰੇ ਕੋਲ ਕੋਈ ਬੈਠਣ ਨੂੰ ਤਿਆਰ ਨਹੀਂ। ਅਸਲ ਦੇ ਵਿੱਚ ਇਹੀ ਤੇ ਮਨੁੱਖ ਦਾ ਜੀਵਨ ਹੈ। ਜਿਸ ਦਿਨ ਅਸੀਂ ਰੱਬ ਤੋਂ, ਗੁਰੂ ਤੋਂ ਵਿਛੜ ਜਾਂਦੇ ਹਾਂ, ਉਸ ਦਿਨ ਸਾਡਾ ਇਹ ਜੀਵਨ, ਜਿਸ ਜੀਵਨ ਦਾ ਮਨੋਰਥ ਆਪ ਵੀ ਮਹਕਣਾ ਹੈ ਤੇ ਆਪਣੇ ਨਾਲਦਿਆਂ ਨੂੰ ਮਹਕਾਉਣਾ ਹੈ, ਜਿਸ ਮਨੁੱਖ ਦਾ ਜੀਵਨ ਇੱਕ ਫੁੱਲ ਦੀ ਤਰ੍ਹਾਂ ਹੈ, ਆਪ ਵੀ ਖੜਿਆ ਹੁੰਦਾ ਹੈ ਤੇ ਜਿਹੜਾ ਦੇਖੇ ਉਹਦੇ ਚਿਹਰੇ 'ਚ ਵੀ ਦੇਖ ਕੇ ਖੜਾ ਆ ਜਾਂਦਾ, ਮੁਸਕਰਾਹਟ ਆ ਜਾਂਦੀ ਹੈ, ਆਪਣੀ ਖੁਸ਼ਬੂ ਨਾਲ ਹੋਰਨਾਂ ਦੇ ਜੀਵਨ ਨੂੰ ਮਹਿਕਾਉਂਦਾ ਹੈ। ਪਰ ਤਦੋਂ ਹੀ ਹੈ ਨਾ ਜਦੋਂ ਤੱਕ ਆਪਣੀ ਡਾਲੀ ਨਾਲ ਜੁੜਿਆ ਹੋਇਆ ਹੈ। ਜਿਸ ਦਿਨ ਗੁਰੂ ਨਾਲੋਂ ਟੁੱਟ ਗਏ, ਉਸ ਦਿਨ ਸਾਡਾ ਇਹ ਬਦਨ ਕੁਮਲਾ ਜਾਂਦਾ। ਉਸ ਸਰੋਵਰ ਦੀ ਨਿਆਈ ਸਾਡੇ ਜੀਵਨ 'ਚੋਂ ਖੁਸ਼ਬੂ ਨਹੀਂ ਬਦਬੂ ਆਉਣ ਲੱਗ ਜਾਂਦੀ। ਉਦਨ ਵਿਕਾਰਾਂ ਦੀ ਬਦਬੂ ਸਾਡੇ ਜੀਵਨ 'ਚ ਆਉਣ ਲੱਗ ਜਾਂਦੀ ਹੈ। ਕੋਈ ਸਾਡੇ ਨਾਲ ਬਹਿ ਕੇ ਵੀ ਰਾਜ਼ੀ ਨਹੀਂ ਹੋਣਾ, ਕੋਈ ਸਾਡੇ ਕੋਲ ਖੜ ਕੇ ਵੀ ਰਾਜ਼ੀ ਨਹੀਂ ਹੋਣਾ। ਬੜੀਆਂ ਇਹੋ ਜਿਹੀਆਂ ਗੱਲਾਂ ਵਿਛੋੜੇ ਦੇ ਸੰਬੰਧ ਦੇ ਵਿੱਚ ਕੀ ਹਾਲ ਹੁੰਦਾ ਹੈ, ਬਾਣੀ ਨੇ ਸਾਨੂੰ ਦੱਸਣਾ ਕੀਤੀਆਂ ਨੇ। ਕਬੀਰ ਨਾਇਰ ਵਿਛੋਰਿਆ, ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਧਾਹੜੀ, ਦਿਸਹਿ ਉਗਵਤ ਸੂਰ। ਜਦੋਂ ਸਮੁੰਦਰ ਦੇ ਵਿੱਚੋਂ ਸੰਖ ਨਿਕਲ ਕੇ ਕਿਨਾਰੇ ਨਾਲ ਅੜ ਗਿਆ, ਲਹਿਰ ਦੇ ਨਾਲ ਟਕਰਾ ਕੇ, ਕਬੀਰ ਜੀ ਨੇ ਇੱਕਦਮ ਸਮਝਾਇਆ, ਭਲਿਆ ਸੰਖ ਨਾ ਇਹਦੇ ਚੋਂ ਬਾਹਰ ਆ, ਇਹਦੇ ਚੋਂ ਬਾਹਰ ਨਾ, ਇਹ ਤੇਰਾ ਸੋਮਾ ਹੈ, ਤੂੰ ਇਹਦੇ ਨਾਲ ਜੁੜ ਕੇ ਹੀ ਖੁਸ਼ ਰਹੇਗਾ। ਜੇ ਬਾਹਰ ਆ ਗਏ ਹੋ, ਸਮਝੇ ਜੀ ਮੈਂ ਆਜ਼ਾਦ ਹੋ ਗਿਆ, ਖੁੱਲੀ ਅਸਮਾਨ ਦੀ ਛੱਤ ਥੱਲੇ ਆ ਗਿਆ ਤੇ ਹੁਣ ਸੁਖੀ ਹੋਵਾਂਗਾ, ਨਹੀਂ। ਤੂੰ ਵਿਛੜ ਗਿਆ ਤੇ ਵਿਛੜਨ ਕਰਕੇ ਕਦੇ ਸੁੱਖ ਨਹੀਂ ਮਿਲਦਾ, ਵਿਛੜ ਕੇ ਤੇ ਹਮੇਸ਼ਾ ਦੁੱਖ ਹੀ ਮਿਲਦਾ। ਉਸ ਪੁਜਾਰੀ ਨੇ ਤੈਨੂੰ ਚੁੱਕ ਕੇ ਲੈ ਕੇ ਚਲੇ ਜਾਣਾ ਹੈ। ਰਹਿਣਾ ਹੈ ਵਿਛੋਰਿਆ, ਰਹੋ ਰੇ ਸੰਖ ਮਜੂਰ, ਸੰਖ ਦੇ ਵਿੱਚ ਹੀ ਰਹੋ। ਦੇਵਲ ਦੇਵਲ ਤਾਹੜੀ, ਕਿਉਂਕਿ ਜਿਸ ਵੇਲੇ ਸਾਰੀ ਕਾਇਨਾਤ ਸੁੱਤੀ ਹੋਏਗੀ, ਇੱਕ ਮਨ 'ਚ ਟਿਕਾ ਤੇ ਕੁਦਰਤ 'ਚ ਠਹਿਰਾ ਹੁੰਦਾ ਹੈ, ਉਸ ਵੇਲੇ ਉਹ ਤੂੰ ਤਾਹਾ ਮਾਰ ਕੇ ਰੋਏਗਾ। ਮੰਦਰਾਂ ਆਦਿਕ ਦੇ ਵਿੱਚ ਸੰਖ ਵਜਾਇਆ ਜਾਂਦਾ ਹੈ ਨਾ, ਸਵੇਰ ਵੇਲੇ, ਅੰਮ੍ਰਿਤ ਵੇਲੇ, ਤੇ ਉਹ ਤਾਹਾ ਕੀ ਹੈ? ਉਹ ਤਾਹਾ ਮਨ ਉਸ ਸੰਖ ਦੀ ਆਵਾਜ਼, ਉਸ ਜੋ ਸੰਖ ਦਾ ਵਜਣਾ ਹੈ, ਸੰਖ ਦੀ ਆਵਾਜ਼ ਕੀ ਹੈ? ਉਸ ਸੰਖ ਦੀ ਤਾਹ ਹੈ।
ਉੱਚੀ ਰੋ ਕੇ ਮਨ ਨੂੰ ਦੱਸਦਾ ਹੋਵੇ ਕਿ ਭਾਈ ਮੈਂ ਵਿਛੜ ਗਿਆ ਆਪਣੇ ਸੋਮੇ ਨਾਲ, ਤਾਂ ਕਰਕੇ ਅੱਜ ਮੇਰਾ ਇਹ ਹਾਲ ਹੈ। ਜਿਸ ਵੇਲੇ ਕੁਦਰਤ ਸੁੱਤੀ ਹੈ ਮੈਂ ਉਸ ਵੇਲੇ ਧਾਂ ਮਾਰ ਕੇ ਰੋਂਦਾ ਪਿਆ ਹਾਂ। ਤਾਂ ਕਰਕੇ ਜਦੋਂ ਇਹੋ ਜਿਹੇ ਵਿਚਾਰ ਸੇਵਕ ਨੂੰ ਸਮਝ ਪੈਂਦੀ ਹੈ, ਜਦੋਂ ਇੱਕ ਸੇਵਕ ਨੂੰ ਇਹੋ ਜਿਹੀ ਵਿਚਾਰ ਸਮਝ ਪੈਂਦੀ ਹੈ, ਉਦੋਂ ਫਿਰ ਉਹ ਬਿਲਕਦਾ ਹੈ। ਉਦੋਂ ਇੱਕ ਮਨ 'ਚ ਤੜਪ ਉੱਠਦੀ ਹੈ ਕਿ ਕੋਈ ਜਾਣ ਹਰ ਸੋਂ ਦੇਵੈ ਜੋਰ, ਹਰੀ ਪਰਮਾਤਮਾ ਨਾਲ ਮਿਲਾ ਦੇਵੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੇ ਨਿਆਈ। ਤਿਰਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਉਦੋਂ ਤੜਪ ਉੱਠਦੀ ਹੈ ਮਨ ਦੇ ਵਿੱਚ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹਉ ਤਿਸ ਪਹਿ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿਤਾ। ਤੇ ਗੁਰੂ ਸਾਹਿਬ ਜੀ ਨੇ ਜੋ ਬਚਨ ਕੀਤੇ ਤਾਂ ਹੀ ਸਮਝਾਉਣਾ ਕੀਤਾ ਕਿ ਕੋਈ ਜਾਣੇ, ਇੱਕ ਸੇਵਕ ਅਰਦਾਸ ਕਰਦਾ, ਮਾਲਕ ਜੀ ਕੋਈ ਹੋਵੇ ਆਪ ਜੀ ਨਾਲ ਜੁੜਿਆ ਮੈਨੂੰ ਜੋੜ ਦਵੇ, ਉਹਦੇ ਚਰਨ ਫੜ ਲਵਾਂ, ਵਡਿਆਈ ਦੇ ਬੋਲ ਰਸਨਾ ਤੋਂ ਬੋਲਾਂ ਤੇ ਆਪਣੇ ਪ੍ਰਾਣਾਂ ਦੀ ਭੇਟਾ ਵੀ ਉਹਦੇ ਸਨਮੁਖ ਰੱਖਦੇ ਆ। ਰਹਾਉ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਮਨੁੱਖ ਆਪਣੇ ਤਨ ਮਨ ਨੂੰ ਨਿਰਮਲ ਕਰਕੇ ਛੋਟੇ ਛੋਟੇ ਕਿਆਰੇ ਬਣਾ ਲਵੇ ਇਸ ਮਨ ਦੀ ਧਰਤੀ ਨੂੰ। ਜਿਵੇਂ ਮਨ ਇੱਕ ਧਰਤੀ ਦੀ ਨਹੀਂ ਆਈ, ਜਿਵੇਂ ਕਿਸਾਨ ਆਪਣੇ ਖੇਤ ਦੇ ਵਿੱਚ ਕਿਆਰੇ ਬਣਾਉਂਦਾ ਹੈ, ਵੱਡੀ ਪੈਲੀ ਨੂੰ ਛੋਟੇ ਛੋਟੇ ਕਿਆਰਿਆਂ ਦੇ ਵਿੱਚ ਵੰਡ ਕੇ। ਉਹ ਕਾਹਦੇ ਲਈ ਕਰਦਾ ਹੈ? ਤਾਂ ਕਿ ਜਦੋਂ ਪਾਣੀ ਉਸ ਪੈਲੀ ਨੂੰ, ਉਸ ਖੇਤ ਨੂੰ ਦਵੇ ਤੇ ਉਹਦੇ ਕੋਨੇ ਕੋਨੇ ਤੱਕ ਪਾਣੀ ਜਾਏ। ਕੋਈ ਥਾਂ ਉਸ ਖੇਤ ਦੀ ਇਹੋ ਜਿਹੀ ਨਾ ਰਹਿ ਜਾਏ ਜਿੱਥੇ ਪਾਣੀ ਦੀ ਪਹੁੰਚ ਨਾ ਹੋਵੇ। ਤੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਇਹ ਵਚਨ ਕਿ ਆਪਣੇ ਮਨ ਨੂੰ, ਤਨ ਨੂੰ ਨਿਰਮਲ ਕਰਕੇ ਕਿਆਰੇ ਬਣਾ ਲਓ ਤੇ ਉਹਨਾਂ ਕਿਆਰਿਆਂ ਨੂੰ ਹਰ ਸਿੰਚੈ ਸੁਧਾ ਸੰਜੋਰ, ਪਰਮਾਤਮਾ ਦੇ ਅੰਮ੍ਰਿਤ ਰਸ ਦੇ ਨਾਲ, ਅੰਮ੍ਰਿਤ ਜਲ ਦੇ ਨਾਲ ਇਹਨੂੰ ਸੰਚਨਾ ਕਰੋ, ਤਾਂ ਕਿ ਮਨ ਦੀ ਧਰਤੀ ਰੱਬ ਦੇ ਅੰਮ੍ਰਿਤ ਜਲ ਦੇ ਨਾਲ ਭਿੱਜ ਜਾਏ, ਸਮਾ ਜਾਏ ਇਸ ਹਿਰਦਾ ਰੂਪੀ ਧਰਤੀ ਦੇ ਵਿੱਚ ਨਾਮ ਜਲ। ਕੋਈ ਥਾਂ, ਕੋਈ ਜਗ੍ਹਾ, ਕੋਈ ਕੋਨਾ ਖਾਲੀ ਨਾ ਰਹਿ ਜਾਏ। ਤੇਗਾ ਬਚਨ ਨੇ ਯਾ ਰਸਮੈ ਮਗਨ ਹੋਤ ਕਿਰਪਾ ਤੇ, ਪਰ ਪਰਮਾਤਮਾ ਦੀ ਮਿਹਰ ਸਦਕਾ ਹੀ ਇਸ ਨਾਮ ਰਸ ਵਿੱਚ ਮਗਨ ਹੋਇਆ ਜਾ ਸਕਦਾ ਹੈ। ਮਹਾ ਵਿਖਿਆ ਤੇ ਤੋਰ, ਤੇ ਜਿਹੜਾ ਮਗਨ ਹੋ ਗਿਆ ਪਰਮਾਤਮਾ ਦੇ ਤੇ ਕਿਰਪਾ ਕਰਦਾ ਹੈ। ਮਹਾ ਵਿਖਿਆ ਤੋਂ, ਜ਼ਹਿਰ ਰੂਪੀ ਮਾਇਆ ਤੋਂ ਸਦਾ ਬਚਾਅ ਹੋ ਜਾਂਦਾ ਹੈ। ਆਇਓ ਸ਼ਰਨ ਦੀਨ ਦੁਖ ਭੰਜਨ, ਦੁੱਖਾਂ ਨੂੰ ਭੰਜਣ ਵਾਲਿਆ ਪਰਮਾਤਮਾ ਅਸਾਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਚਿਤਵੋ ਤੁਮਰੀ ਔਰ, ਆਪ ਜੀ ਦੀ ਹੀ ਟੇਕ ਅਸੀਂ ਚਿਤ ਵੀ ਹੈ, ਆਪ ਜੀ ਦਾ ਹੀ ਆਸਾ ਲਿਆ ਹੈ। ਅਬ ਹੈ ਪਦ ਦਾਨ ਸਿਮਰਨ ਸੁਆਮੀ ਕੋ, ਐ ਮਾਲਕ ਜੀ ਆਪਣੇ ਇਸ ਸੇਵਕ ਨੂੰ ਅਬ ਹੈ ਪਦ ਦਾਨ, ਪਰਮ ਪਦ ਦੀ ਦਾਤ, ਪਰਮ ਪਦ ਦੇ ਦਾਨ ਦੀ ਦਾਤ ਦੇਣਾ ਕਰੋ। ਪ੍ਰਭ ਨਾਨਕ ਬੰਧਨ ਛੋਰ, ਤੇ ਜੋ ਇਸ ਸੇਵਕ ਨੂੰ, ਆਪ ਜੀ ਦੇ ਸੇਵਕ ਨੂੰ ਬੰਧਨ ਪਏ ਹੋਏ ਨੇ, ਇਹਨਾਂ ਮਾਇਕ ਬੰਧਨਾਂ ਤੋਂ ਆਜ਼ਾਦ ਕਰਾਵੋ। ਇਹਨਾਂ ਬੰਧਨਾਂ ਨੂੰ ਤੋੜ ਕੇ ਆਪਣੇ ਨੇੜੇ ਤੇ ਆਪਣਾ ਚਰਨਾਂ ਦਾ ਓਟ ਆਸਰਾ ਦਵੋ। ਸੋ ਪਾਤਸ਼ਾਹ ਜੀ ਨੇ ਵਿਚਾਰ ਬਖਸ਼ਿਸ਼ ਕੀਤੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।